ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਜਦੋਂ ਮੈਂ ਮਨ ਕੀ ਬਾਤ ਕਰਦਾ ਤਾਂ ਇੰਝ ਲੱਗਦਾ ਹੈ ਜਿਵੇਂ ਤੁਹਾਡੇ ਵਿਚਕਾਰ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਹਾਜ਼ਰ ਹਾਂ। ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਜੋ ਇੱਕ-ਦੂਜੇ ਨੂੰ ਕੁਝ ਸਿਖਾ ਜਾਣ, ਜੀਵਨ ਦੇ ਖੱਟੇ-ਮਿੱਠੇ ਅਨੁਭਵ ਜੋ ਜੀ ਭਰ ਕੇ ਜਿਊਣ ਦੀ ਪ੍ਰੇਰਣਾ ਬਣ ਜਾਣ, ਬਸ ਇਹੀ ਤਾਂ ਹੈ ਮਨ ਕੀ ਬਾਤ। ਅੱਜ 2021 ਦੀ ਜਨਵਰੀ ਦਾ ਆਖਰੀ ਦਿਨ ਹੈ। ਕੀ ਤੁਸੀਂ ਵੀ ਮੇਰੇ ਵਾਂਗ ਇਹ ਸੋਚ ਰਹੇ ਹੋ ਕਿ ਹੁਣੇ ਕੁਝ ਦਿਨ ਪਹਿਲਾਂ ਤਾਂ 2021 ਸ਼ੁਰੂ ਹੋਇਆ ਸੀ? ਲੱਗਦਾ ਹੀ ਨਹੀਂ ਕਿ ਜਨਵਰੀ ਦਾ ਪੂਰਾ ਮਹੀਨਾ ਬੀਤ ਗਿਆ। ਸਮੇਂ ਦੀ ਗਤੀ ਤਾਂ ਇਸੇ ਨੂੰ ਹੀ ਕਹਿੰਦੇ ਨੇ। ਕੁਝ ਦਿਨ ਪਹਿਲਾਂ ਦੀ ਹੀ ਤਾਂ ਗੱਲ ਲੱਗਦੀ ਹੈ ਜਦੋਂ ਅਸੀਂ ਇੱਕ-ਦੂਸਰੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਸੀ। ਫਿਰ ਅਸੀਂ ਲੋਹੜੀ ਮਨਾਈ, ਮਕਰ ਸੰਕ੍ਰਾਂਤੀ ਮਨਾਈ, ਪੋਂਗਲ, ਬਿਹੂ ਮਨਾਇਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਉਹਾਰਾਂ ਦੀ ਧੂਮ ਰਹੀ। 23 ਜਨਵਰੀ ਨੂੰ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਪਰਾਕਰਮ ਦਿਵਸ ਦੇ ਤੌਰ ਤੇ ਮਨਾਇਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਸ਼ਾਨਦਾਰ ਪਰੇਡ ਵੀ ਵੇਖੀ। ਰਾਸ਼ਟਰਪਤੀ ਜੀ ਦੁਆਰਾ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਤੋਂ ਬਾਅਦ ਬਜਟ ਇਜਲਾਸ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸਭ ਦੇ ਦੌਰਾਨ ਇੱਕ ਹੋਰ ਕੰਮ ਹੋਇਆ ਜਿਸ ਦਾ ਸਾਨੂੰ ਸਾਰਿਆਂ ਨੂੰ ਬਹੁਤ ਇੰਤਜ਼ਾਰ ਰਹਿੰਦਾ ਹੈ। ਇਹ ਹੈ ਪਦਮ ਪੁਰਸਕਾਰਾਂ ਦੀ ਘੋਸ਼ਣਾ। ਰਾਸ਼ਟਰ ਨੇ ਅਸਾਧਾਰਣ ਕੰਮ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਹੈ। ਇਸ ਸਾਲ ਵੀ ਪੁਰਸਕਾਰ ਪਾਉਣ ਵਾਲਿਆਂ ਵਿੱਚ ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਕੰਮ ਕੀਤਾ ਹੈ। ਆਪਣੇ ਕੰਮਾਂ ਦੇ ਨਾਲ ਕਿਸੇ ਦਾ ਜੀਵਨ ਬਦਲਿਆ ਹੈ, ਦੇਸ਼ ਨੂੰ ਅੱਗੇ ਵਧਾਇਆ ਹੈ। ਯਾਨੀ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਅਨਸੰਗ ਹੀਰੋਜ਼ ਨੂੰ ਪਦਮ ਸਨਮਾਨ ਦੇਣ ਦੀ ਜੋ ਪਰੰਪਰਾ ਦੇਸ਼ ਨੇ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਉਹ ਇਸ ਵਾਰ ਵੀ ਕਾਇਮ ਰੱਖੀ ਹੋਈ ਹੈ। ਮੇਰਾ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਹੈ ਕਿ ਇਨ੍ਹਾਂ ਲੋਕਾਂ ਦੇ ਬਾਰੇ, ਉਨ੍ਹਾਂ ਦੇ ਯੋਗਦਾਨ ਦੇ ਬਾਰੇ ਵਿੱਚ ਜ਼ਰੂਰ ਜਾਣੋ, ਪਰਿਵਾਰ ਵਿੱਚ ਉਨ੍ਹਾਂ ਦੇ ਬਾਰੇ ਚਰਚਾ ਕਰੋ। ਵੇਖੋ ਸਭ ਨੂੰ ਇਸ ਨਾਲ ਕਿੰਨੀ ਪ੍ਰੇਰਣਾ ਮਿਲਦੀ ਹੈ। ਇਸ ਮਹੀਨੇ ਕ੍ਰਿਕਟ ਪਿੱਚ ਤੋਂ ਵੀ ਬਹੁਤ ਚੰਗੀ ਖਬਰ ਮਿਲੀ। ਸਾਡੀ ਕ੍ਰਿਕਟ ਟੀਮ ਨੇ ਸ਼ੁਰੂਆਤੀ ਦਿੱਕਤਾਂ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟ੍ਰੇਲੀਆ ਵਿੱਚ ਸੀਰੀਜ਼ ਜਿੱਤੀ। ਸਾਰੇ ਖਿਡਾਰੀਆਂ ਦਾ ਹਾਰਡ ਵਰਕ ਅਤੇ ਟੀਮ ਵਰਕ ਪ੍ਰੇਰਿਤ ਕਰਨ ਵਾਲਾ ਹੈ। ਇਨ੍ਹਾਂ ਸਭ ਦੇ ਦੌਰਾਨ ਦਿੱਲੀ ਵਿੱਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਕੇ ਦੇਸ਼ ਬਹੁਤ ਦੁਖੀ ਵੀ ਹੋਇਆ। ਅਸੀਂ ਆਉਣ ਵਾਲੇ ਸਮੇਂ ਨੂੰ ਨਵੀਂ ਆਸ਼ਾ ਅਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਅਸਾਧਾਰਣ ਸੰਜਮ ਅਤੇ ਹੌਸਲੇ ਦਾ ਪ੍ਰਦਰਸ਼ਨ ਕੀਤਾ। ਇਸ ਸਾਲ ਵੀ ਸਾਨੂੰ ਆਪਣੀ ਸਖ਼ਤ ਮਿਹਨਤ ਨਾਲ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੋਵੇਗਾ। ਆਪਣੇ ਦੇਸ਼ ਨੂੰ ਹੋਰ ਤੇਜ਼ ਗਤੀ ਨਾਲ ਅੱਗੇ ਲਿਜਾਣਾ ਹੋਵੇਗਾ। ਮੇਰੇ ਪਿਆਰੇ ਦੇਸ਼ਵਾਸੀਓ, ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਦੇ ਖਿਲਾਫ ਸਾਡੀ ਲੜਾਈ ਨੂੰ ਵੀ ਲਗਭਗ 1 ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਦੇ ਖਿਲਾਫ ਭਾਰਤ ਦੀ ਲੜਾਈ ਇੱਕ ਉਦਾਹਰਣ ਬਣੀ ਹੈ, ਉਵੇਂ ਹੀ ਹੁਣ ਸਾਡਾ ਵੈਕਸੀਨੇਸ਼ਨ ਪ੍ਰੋਗਰਾਮ ਵੀ ਦੁਨੀਆ ਵਿੱਚ ਇੱਕ ਮਿਸਾਲ ਬਣ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਵੈਕਸੀਨ ਪ੍ਰੋਗਰਾਮ ਚਲਾ ਰਿਹਾ ਹੈ। ਤੁਸੀਂ ਜਾਣਦੇ ਹੋ, ਹੋਰ ਵੀ ਜ਼ਿਆਦਾ ਫ਼ਖਰ ਦੀ ਗੱਲ ਕੀ ਹੈ? ਅਸੀਂ ਸਭ ਤੋਂ ਵੱਡੇ ਵੈਕਸੀਨ ਪ੍ਰੋਗਰਾਮ ਦੇ ਨਾਲ ਹੀ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਆਪਣੇ ਨਾਗਰਿਕਾਂ ਦਾ ਵੈਕਸੀਨੇਸ਼ਨ ਵੀ ਕਰ ਰਹੇ ਹਾਂ। ਸਿਰਫ 15 ਦਿਨਾਂ ਵਿੱਚ ਭਾਰਤ ਆਪਣੇ 30 ਲੱਖ ਤੋਂ ਜ਼ਿਆਦਾ ਕੋਰੋਨਾ ਵਾਰੀਅਰ ਦਾ ਟੀਕਾਕਰਨ ਕਰ ਚੁੱਕਾ ਹੈ, ਜਦਕਿ ਅਮਰੀਕਾ ਵਰਗੇ ਸਮਰਿੱਧ ਦੇਸ਼ ਨੂੰ ਇਸ ਕੰਮ ਵਿੱਚ 18 ਦਿਨ ਲੱਗੇ ਸਨ ਅਤੇ ਬ੍ਰਿਟੇਨ ਨੂੰ 36 ਦਿਨ। ਸਾਥੀਓ, ਮੇਡ ਇਨ ਇੰਡੀਆ ਵੈਕਸੀਨ ਅੱਜ ਭਾਰਤ ਦੀ ਆਤਮ ਨਿਰਭਰਤਾ ਦਾ ਪ੍ਰਤੀਕ ਤਾਂ ਹੈ ਹੀ, ਭਾਰਤ ਦੇ ਆਤਮ ਗੌਰਵ ਦਾ ਵੀ ਪ੍ਰਤੀਕ ਹੈ। ਨਮੋ ਐਪ ਤੇ ਯੂਪੀ ਦੇ ਭਾਈ ਹਿਮਾਂਸ਼ੂ ਯਾਦਵ ਨੇ ਲਿਖਿਆ ਹੈ ਕਿ ਮੇਡ ਇਨ ਇੰਡੀਆ ਵੈਕਸੀਨ ਨਾਲ ਮਨ ਵਿੱਚ ਇੱਕ ਨਵਾਂ ਆਤਮ ਵਿਸ਼ਵਾਸ ਆ ਗਿਆ ਹੈ। ਮਦੁਰਾਈ ਤੋਂ ਕੀਰਤੀ ਜੀ ਲਿਖਦੇ ਨੇ ਕਿ ਉਨ੍ਹਾਂ ਦੇ ਕਈ ਵਿਦੇਸ਼ੀ ਦੋਸਤ ਉਨ੍ਹਾਂ ਨੂੰ ਮੈਸੇਜ ਭੇਜ ਕੇ ਭਾਰਤ ਦਾ ਸ਼ੁਕਰੀਆ ਅਦਾ ਕਰ ਰਹੇ ਨੇ। ਕੀਰਤੀ ਜੀ ਦੇ ਦੋਸਤਾਂ ਨੇ ਉਨ੍ਹਾਂ ਨੂੰ ਲਿਖਿਆ ਹੈ ਕਿ ਭਾਰਤ ਨੇ ਜਿਸ ਤਰ੍ਹਾਂ ਕੋਰੋਨਾ ਨਾਲ ਲੜਾਈ ਵਿੱਚ ਦੁਨੀਆ ਦੀ ਮਦਦ ਕੀਤੀ ਹੈ, ਉਸ ਨਾਲ ਭਾਰਤ ਦੇ ਬਾਰੇ ਉਨ੍ਹਾਂ ਦੇ ਮਨ ਵਿੱਚ ਇੱਜ਼ਤ ਹੋਰ ਵੀ ਵਧ ਗਈ ਹੈ। ਕੀਰਤੀ ਜੀ, ਦੇਸ਼ ਦਾ ਇਹ ਮਹਿਮਾ ਗਾਨ ਸੁਣ ਕੇ ਮਨ ਕੀ ਬਾਤ ਦੇ ਸਰੋਤਿਆਂ ਨੂੰ ਵੀ ਫ਼ਖਰ ਹੁੰਦਾ ਹੈ। ਅੱਜ-ਕੱਲ੍ਹ ਮੈਨੂੰ ਵੀ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਦੇ ਵੱਲੋਂ ਭਾਰਤ ਦੇ ਲਈ
ਅਜਿਹੇ ਹੀ ਸੰਦੇਸ਼ ਮਿਲਦੇ ਨੇ। ਤੁਸੀਂ ਵੀ ਵੇਖਿਆ ਹੋਵੇਗਾ, ਹੁਣੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਟਵੀਟ ਕਰਕੇ ਜਿਸ ਤਰ੍ਹਾਂ ਦੇ ਨਾਲ ਭਾਰਤ ਨੂੰ ਧੰਨਵਾਦ ਦਿੱਤਾ ਹੈ, ਉਹ ਵੇਖ ਕੇ ਹਰ ਭਾਰਤੀ ਨੂੰ ਕਿੰਨਾ ਚੰਗਾ ਲੱਗਾ। ਹਜ਼ਾਰਾਂ ਕਿਲੋਮੀਟਰ ਦੂਰ ਦੁਨੀਆ ਦੇ ਦੂਰ-ਦੁਰਾਡੇ ਕੋਨੇ ਦੇ ਵਾਸੀਆਂ ਨੂੰ ਰਾਮਾਇਣ ਦੇ ਉਸ ਪ੍ਰਸੰਗ ਦੀ ਇੰਨੀ ਗਹਿਰੀ ਜਾਣਕਾਰੀ ਹੈ, ਉਨ੍ਹਾਂ ਦੇ ਮਨ 'ਤੇ ਗਹਿਰਾ ਪ੍ਰਭਾਵ ਹੈ। ਇਹ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ। ਸਾਥੀਓ, ਇਸ ਵੈਕਸੀਨੇਸ਼ਨ ਪ੍ਰੋਗਰਾਮ ਵਿੱਚ ਤੁਸੀਂ ਇੱਕ ਹੋਰ ਗੱਲ 'ਤੇ ਜ਼ਰੂਰ ਧਿਆਨ ਦਿੱਤਾ ਹੋਵੇਗਾ। ਸੰਕਟ ਦੇ ਸਮੇਂ ਵਿੱਚ ਭਾਰਤ ਦੁਨੀਆ ਦੀ ਸੇਵਾ ਇਸ ਲਈ ਕਰ ਪਾ ਰਿਹਾ ਹੈ ਕਿਉਂਕਿ ਭਾਰਤ ਅੱਜ ਦਵਾਈਆਂ ਅਤੇ ਵੈਕਸੀਨ ਦੇ ਮਾਮਲੇ ਵਿੱਚ ਸਮਰੱਥ ਹੈ, ਆਤਮ ਨਿਰਭਰ ਹੈ। ਇਹੀ ਸੋਚ ਆਤਮ ਨਿਰਭਰ ਭਾਰਤ ਮੁਹਿੰਮ ਦੀ ਵੀ ਹੈ। ਭਾਰਤ ਜਿੰਨਾ ਸਮਰੱਥ ਹੋਵੇਗਾ, ਉਨੀ ਹੀ ਜ਼ਿਆਦਾ ਮਨੁੱਖਤਾ ਦੀ ਸੇਵਾ ਕਰੇਗਾ, ਉਨਾ ਹੀ ਜ਼ਿਆਦਾ ਲਾਭ ਦੁਨੀਆ ਨੂੰ ਹੋਵੇਗਾ। ਮੇਰੇ ਪਿਆਰੇ ਦੇਸ਼ਵਾਸੀਓ, ਹਰ ਵਾਰ ਤੁਹਾਡੇ ਢੇਰ ਸਾਰੇ ਪੱਤਰ ਮਿਲਦੇ ਨੇ। ਨਮੋ ਐਪ ਅਤੇ ਮਾਈਗੋਵ 'ਤੇ ਤੁਹਾਡੇ ਮੈਸੇਜਿਜ਼, ਫੋਨ ਕਾਲਸ ਦੇ ਮਾਧਿਅਮ ਨਾਲ ਤੁਹਾਡੀਆਂ ਗੱਲਾਂ ਜਾਣਨ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸੰਦੇਸ਼ਾਂ ਵਿੱਚ ਇੱਕ ਅਜਿਹਾ ਵੀ ਸੰਦੇਸ਼ ਹੈ ਜਿਸ ਨੇ ਮੇਰਾ ਧਿਆਨ ਖਿੱਚਿਆ। ਇਹ ਸੰਦੇਸ਼ ਹੈ ਭੈਣ ਪ੍ਰਿਯੰਕਾ ਪਾਂਡੇ ਜੀ ਦਾ। 23 ਸਾਲ ਦੀ ਬੇਟੀ ਪ੍ਰਿਯੰਕਾ ਜੀ ਹਿੰਦੀ ਸਾਹਿਤ ਦੀ ਵਿਦਿਆਰਥਣ ਹੈ ਅਤੇ ਬਿਹਾਰ ਦੇ ਸਿਵਾਨ ਵਿੱਚ ਰਹਿੰਦੀ ਹੈ। ਪ੍ਰਿਯੰਕਾ ਜੀ ਨੇ ਨਮੋ ਐਪ 'ਤੇ ਲਿਖਿਆ ਹੈ ਕਿ ਉਹ ਦੇਸ਼ ਦੇ 15 ਘਰੇਲੂ ਸੈਰ-ਸਪਾਟੇ ਦੀਆਂ ਥਾਵਾਂ 'ਤੇ ਜਾਣ ਦੇ ਮੇਰੇ ਸੁਝਾਅ ਨਾਲ ਬਹੁਤ ਪ੍ਰੇਰਿਤ ਹੋਈ ਸੀ। ਇਸ ਲਈ 1 ਜਨਵਰੀ ਨੂੰ ਉਹ ਇੱਕ ਜਗ੍ਹਾ ਦੇ ਲਈ ਨਿਕਲੀ ਜੋ ਬਹੁਤ ਖਾਸ ਸੀ। ਉਹ ਜਗ੍ਹਾ ਸੀ ਉਨ੍ਹਾਂ ਦੇ ਘਰ ਤੋਂ 15 ਕਿਲੋਮੀਟਰ ਦੂਰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਜੀ ਦਾ ਜੱਦੀ ਨਿਵਾਸ। ਪ੍ਰਿਯੰਕਾ ਜੀ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਆਪਣੇ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਨੂੰ ਜਾਣਨ ਦੀ ਦਿਸ਼ਾ ਵਿੱਚ ਉਨ੍ਹਾਂ ਦਾ ਇਹ ਪਹਿਲਾ ਕਦਮ ਸੀ। ਪ੍ਰਿਯੰਕਾ ਜੀ ਨੂੰ ਉੱਥੇ ਡਾਕਟਰ ਰਾਜੇਂਦਰ ਪ੍ਰਸਾਦ ਜੀ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਮਿਲੀਆਂ, ਅਨੇਕਾਂ ਇਤਿਹਾਸਿਕ ਤਸਵੀਰਾਂ ਮਿਲੀਆਂ। ਵਾਕਿਆ ਹੀ ਪ੍ਰਿਯੰਕਾ ਜੀ, ਤੁਹਾਡਾ ਇਹ ਅਨੁਭਵ ਦੂਸਰਿਆਂ ਨੂੰ ਵੀ ਪ੍ਰੇਰਿਤ ਕਰੇਗਾ। ਸਾਥੀਓ, ਇਸ ਸਾਲ ਤੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲਾਂ ਦਾ ਸਮਾਰੋਹ ਅੰਮ੍ਰਿਤ ਮਹੋਤਸਵ ਸ਼ੁਰੂ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਇਹ ਸਾਡੇ ਉਨ੍ਹਾਂ ਮਹਾਨ ਨਾਇਕਾਂ ਨਾਲ ਜੁੜੀਆਂ ਸਥਾਨਕ ਥਾਵਾਂ ਦਾ ਪਤਾ ਲਾਉਣ ਦਾ ਬਿਹਤਰੀਨ ਸਮਾਂ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਆਜ਼ਾਦੀ ਮਿਲੀ। ਸਾਥੀਓ, ਅਸੀਂ ਆਜ਼ਾਦੀ ਦੇ ਅੰਦੋਲਨ ਅਤੇ ਬਿਹਾਰ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਨਮੋ ਐਪ 'ਤੇ ਹੀ ਕੀਤੀ ਗਈ ਇੱਕ ਹੋਰ ਟਿੱਪਣੀ ਦੀ ਵੀ ਚਰਚਾ ਕਰਨਾ ਚਾਹਾਂਗਾ। ਮੁੰਗੇਰ ਦੇ ਰਹਿਣ ਵਾਲੇ ਜੈਰਾਮ ਵਿਪਲਵ ਜੀ ਨੇ ਮੈਨੂੰ ਤਾਰਾਪੁਰ ਸ਼ਹੀਦ ਦਿਵਸ ਦੇ ਬਾਰੇ ਵਿੱਚ ਲਿਖਿਆ ਹੈ। 15 ਫਰਵਰੀ 1932 1932 ਨੂੰ ਦੇਸ਼ ਭਗਤਾਂ ਦੀ ਇੱਕ ਟੋਲੀ ਦੇ ਕਈ ਵੀਰ ਨੌਜਵਾਨਾਂ ਦੀ ਅੰਗਰੇਜ਼ਾਂ ਨੇ ਬੜੀ ਹੀ ਨਿਰਦਇਤਾ ਨਾਲ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦਾ ਅਪਰਾਧ ਸਿਰਫ ਇਹ ਸੀ ਕਿ ਉਹ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾ ਰਹੇ ਸਨ। ਮੈਂ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਦਾ ਅਤੇ ਉਨ੍ਹਾਂ ਦੇ ਹੌਸਲੇ ਨੂੰ ਸ਼ਰਧਾਪੂਰਵਕ ਯਾਦ ਕਰਦਾ। ਮੈਂ ਜੈਰਾਮ ਵਿਪਲਵ ਜੀ ਨੂੰ ਧੰਨਵਾਦ ਦੇਣਾ ਚਾਹੁੰਦਾ। ਉਹ ਇੱਕ ਅਜਿਹੀ ਘਟਨਾ ਨੂੰ ਦੇਸ਼ ਦੇ ਸਾਹਮਣੇ ਲੈ ਕੇ ਆਏ ਜਿਸ 'ਤੇ ਓਨੀ ਚਰਚਾ ਨਹੀਂ ਹੋ ਪਾਈ ਜਿੰਨੀ ਹੋਣੀ ਚਾਹੀਦੀ ਸੀ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੇ ਹਰ ਹਿੱਸੇ ਵਿੱਚ, ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਆਜ਼ਾਦੀ ਦੀ ਲੜਾਈ ਪੂਰੀ ਤਾਕਤ ਨਾਲ ਲੜੀ ਗਈ ਸੀ। ਭਾਰਤ ਭੂਮੀ ਦੇ ਹਰ ਕੋਨੇ ਵਿੱਚ ਅਜਿਹੇ ਮਹਾਨ ਸਪੂਤਾਂ ਅਤੇ ਬਹਾਦਰ ਔਰਤਾਂ ਨੇ ਜਨਮ ਲਿਆ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਅਜਿਹੇ ਵਿੱਚ ਇਹ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਲਈ ਕੀਤੇ ਗਏ ਉਨ੍ਹਾਂ ਦੇ ਸੰਘਰਸ਼ਾਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਅਸੀਂ ਸਹੇਜ ਕੇ ਰੱਖੀਏ ਅਤੇ ਇਸ ਦੇ ਲਈ ਉਨ੍ਹਾਂ ਦੇ ਬਾਰੇ ਲਿਖ ਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਦੀਆਂ ਯਾਦਾਂ ਨੂੰ ਜੀਵਿਤ ਰੱਖ ਸਕਦੇ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਅਤੇ ਖਾਸ ਕਰਕੇ ਆਪਣੇ ਨੌਜਵਾਨ ਸਾਥੀਆਂ ਨੂੰ ਸੱਦਾ ਦਿੰਦਾ ਕਿ ਉਹ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਬਾਰੇ ਵਿੱਚ, ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਦੇ ਬਾਰੇ ਲਿਖਣ। ਆਪਣੇ ਇਲਾਕੇ ਵਿੱਚ ਸੁਤੰਤਰਤਾ ਸੰਗਰਾਮ ਦੇ ਦੌਰ ਦੀਆਂ ਬਹਾਦਰੀ ਦੀਆਂ ਕਹਾਣੀਆਂ ਦੇ ਬਾਰੇ ਕਿਤਾਬਾਂ ਲਿਖਣ। ਹੁਣ ਜਦੋਂ ਕਿ ਭਾਰਤ ਆਪਣੇ ਆਜ਼ਾਦੀ ਦੇ 75 ਸਾਲ ਮਨਾਏਗਾ ਤਾਂ ਤੁਹਾਡੀ ਲਿਖਤ ਆਜ਼ਾਦੀ ਦੇ ਨਾਇਕਾਂ ਦੇ ਪ੍ਰਤੀ ਉੱਤਮ ਸ਼ਰਧਾਂਜਲੀ ਹੋਵੇਗੀ। ਯੰਗ ਰਾਈਟਰਜ਼ ਦੇ ਲਈ ਇੰਡੀਆ 75 ਦੇ ਅਧੀਨ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ
ਸਾਰੇ ਰਾਜਾਂ ਅਤੇ ਭਾਸ਼ਾਵਾਂ ਦੇ ਨੌਜਵਾਨ ਲੇਖਕਾਂ ਨੂੰ ਉਤਸ਼ਾਹ ਮਿਲੇਗਾ। ਦੇਸ਼ ਵਿੱਚ ਵੱਡੀ ਗਿਣਤੀ 'ਚ ਅਜਿਹੇ ਵਿਸ਼ਿਆਂ 'ਤੇ ਲਿਖਣ ਵਾਲੇ ਰਾਈਟਰਜ਼ ਤਿਆਰ ਹੋਣਗੇ, ਜਿਨ੍ਹਾਂ ਦਾ ਭਾਰਤੀ ਵਿਰਾਸਤ ਅਤੇ ਸੰਸਕ੍ਰਿਤੀ ਬਾਰੇ ਡੂੰਘਾ ਅਧਿਐਨ ਹੋਏਗਾ। ਅਸੀਂ ਅਜਿਹੀਆਂ ਉੱਭਰਦੀਆਂ ਸ਼ਖਸੀਅਤਾਂ ਦੀ ਪੂਰੀ ਮਦਦ ਕਰਨੀ ਹੈ। ਇਸ ਨਾਲ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਵਾਲੇ ਥਾਟ ਲੀਡਰਜ਼ ਦਾ ਇੱਕ ਵਰਗ ਵੀ ਤਿਆਰ ਹੋਏਗਾ। ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਇਸ ਪਹਿਲ ਦਾ ਹਿੱਸਾ ਬਣਨ ਅਤੇ ਆਪਣੀ ਸਾਹਿਤਕ ਯੋਗਤਾ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨ ਦੇ ਲਈ ਸੱਦਾ ਦਿੰਦਾ। ਇਸ ਨਾਲ ਜੁੜੀਆਂ ਜਾਣਕਾਰੀਆਂ ਸਿੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਸਰੋਤਿਆਂ ਨੂੰ ਕੀ ਪਸੰਦ ਆਉਂਦਾ ਹੈ, ਇਹ ਤੁਸੀਂ ਵੀ ਬਿਹਤਰ ਜਾਣਦੇ ਹੋ। ਲੇਕਿਨ ਮੈਨੂੰ ਮਨ ਕੀ ਬਾਤ ਵਿੱਚ ਸਭ ਤੋਂ ਚੰਗਾ ਇਹ ਲੱਗਦਾ ਹੈ ਕਿ ਮੈਨੂੰ ਬਹੁਤ ਕੁਝ ਜਾਣਨ, ਸਿੱਖਣ ਅਤੇ ਪੜ੍ਹਨ ਨੂੰ ਮਿਲਦਾ ਹੈ। ਇੱਕ ਤਰ੍ਹਾਂ ਨਾਲ ਅਸਿੱਧੇ ਰੂਪ ਵਿੱਚ ਤੁਹਾਡੇ ਸਾਰਿਆਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਕਿਸੇ ਦੀ ਕੋਸ਼ਿਸ਼, ਕਿਸੇ ਦਾ ਜਜ਼ਬਾ, ਕਿਸੇ ਦਾ ਦੇਸ਼ ਦੇ ਲਈ ਕੁਝ ਕਰ ਗੁਜ਼ਰ ਜਾਣ ਦਾ ਜਨੂੰਨ, ਇਹ ਸਭ ਮੈਨੂੰ ਬਹੁਤ ਪ੍ਰੇਰਿਤ ਕਰਦੇ ਨੇ, ਊਰਜਾ ਨਾਲ ਭਰ ਦਿੰਦੇ ਨੇ। ਹੈਦਰਾਬਾਦ ਦੇ ਬੋਇਨਪੱਲੀ ਵਿੱਚ ਇੱਕ ਸਥਾਨਕ ਸਬਜ਼ੀ ਮੰਡੀ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੀ ਹੈ, ਇਹ ਪੜ੍ਹ ਕੇ ਵੀ ਮੈਨੂੰ ਬਹੁਤ ਚੰਗਾ ਲੱਗਾ। ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਸਬਜ਼ੀ ਮੰਡੀਆਂ ਵਿੱਚ ਅਨੇਕਾਂ ਕਾਰਨਾਂ ਕਰਕੇ ਕਾਫੀ ਸਬਜ਼ੀ ਖਰਾਬ ਹੋ ਜਾਂਦੀ ਹੈ। ਇਹ ਸਬਜ਼ੀ ਇੱਧਰ-ਉੱਧਰ ਫੈਲਦੀ ਹੈ, ਗੰਦਗੀ ਵੀ ਫੈਲਾਉਂਦੀ ਹੈ। ਲੇਕਿਨ ਬੋਇਨਪੱਲੀ ਦੀ ਸਬਜ਼ੀ ਮੰਡੀ ਨੇ ਤੈਅ ਕੀਤਾ ਕਿ ਹਰ ਰੋਜ਼ ਬਚਣ ਵਾਲੀਆਂ ਇਨ੍ਹਾਂ ਸਬਜ਼ੀਆਂ ਨੂੰ ਇੰਝ ਹੀ ਨਹੀਂ ਸੁੱਟਿਆ ਜਾਏਗਾ। ਸਬਜ਼ੀ ਮੰਡੀ ਨਾਲ ਜੁੜੇ ਲੋਕਾਂ ਨੇ ਤੈਅ ਕੀਤਾ, ਇਸ ਨਾਲ ਬਿਜਲੀ ਬਣਾਈ ਜਾਏਗੀ। ਬੇਕਾਰ ਹੋਈਆਂ ਸਬਜ਼ੀਆਂ ਨਾਲ ਬਿਜਲੀ ਬਣਾਉਣ ਦੇ ਬਾਰੇ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇ। ਇਹੀ ਤਾਂ ਇਨੋਵੇਸ਼ਨ ਦੀ ਤਾਕਤ ਹੈ। ਅੱਜ ਬੋਇਨਪੱਲੀ ਦੀ ਇਸ ਸਬਜ਼ੀ ਮੰਡੀ ਵਿੱਚ ਪਹਿਲਾਂ ਜੋ ਵੇਸਟ ਸੀ, ਅੱਜ ਉਸੇ ਨਾਲ ਵੈਲਥ ਕ੍ਰੀਏਟ ਹੋ ਰਹੀ ਹੈ। ਇਹੀ ਤਾਂ ਕਚਰੇ ਤੋਂ ਕੰਚਨ ਬਣਾਉਣ ਦੀ ਯਾਤਰਾ ਹੈ। ਉੱਥੇ ਹਰ ਦਿਨ ਲਗਭਗ 10 ਟਨ ਵੇਸਟ ਨਿਕਲਦਾ ਹੈ। ਇਸ ਨੂੰ ਇੱਕ ਪਲਾਂਟ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਪਲਾਂਟ ਦੇ ਅੰਦਰ ਇਸ ਵੇਸਟ ਨਾਲ ਹਰ ਦਿਨ 500 ਯੂਨਿਟ ਬਿਜਲੀ ਬਣਦੀ ਹੈ ਅਤੇ ਲਗਭਗ 30 ਕਿਲੋ ਬਾਇਓਫਿਊਲ ਵੀ ਬਣਦਾ ਹੈ। ਇਸ ਬਿਜਲੀ ਨਾਲ ਹੀ ਸਬਜ਼ੀ ਮੰਡੀ ਵਿੱਚ ਰੌਸ਼ਨੀ ਹੁੰਦੀ ਹੈ ਅਤੇ ਜੋ ਬਾਇਓਫਿਊਲ ਬਣਦਾ, ਉਸ ਨਾਲ ਮੰਡੀ ਦੀ ਕੰਟੀਨ ਵਿੱਚ ਖਾਣਾ ਬਣਾਇਆ ਜਾਂਦਾ ਹੈ ਨਾ ਕਮਾਲ ਦੀ ਕੋਸ਼ਿਸ਼? ਅਜਿਹਾ ਹੀ ਇੱਕ ਕਮਾਲ ਹਰਿਆਣਾ ਦੀ ਪੰਚਕੂਲਾ ਦੀ ਬੜੌਤ ਗ੍ਰਾਮ ਪੰਚਾਇਤ ਨੇ ਵੀ ਕਰਕੇ ਵਿਖਾਇਆ ਹੈ। ਇਸ ਪੰਚਾਇਤ ਦੇ ਖੇਤਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀ। ਇਸ ਵਜ੍ਹਾ ਨਾਲ ਗੰਦਾ ਪਾਣੀ ਇੱਧਰ-ਉੱਧਰ ਫੈਲ ਰਿਹਾ ਸੀ, ਬਿਮਾਰੀ ਫੈਲਾਉਂਦਾ ਸੀ। ਲੇਕਿਨ ਬੜੌਤ ਦੇ ਲੋਕਾਂ ਨੇ ਤੈਅ ਕੀਤਾ ਕਿ ਇਸ ਵਾਟਰ ਵੇਸਟ ਨਾਲ ਵੀ ਵੈਲਥ ਕ੍ਰੀਏਟ ਕਰਨਗੇ। ਗ੍ਰਾਮ ਪੰਚਾਇਤ ਨੇ ਪੂਰੇ ਪਿੰਡ ਤੋਂ ਆਉਣ ਵਾਲੇ ਗੰਦੇ ਪਾਣੀ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਫਿਲਟਰ ਕਰਨਾ ਸ਼ੁਰੂ ਕੀਤਾ ਅਤੇ ਫਿਲਟਰ ਕੀਤਾ ਹੋਇਆ ਪਾਣੀ ਹੁਣ ਪਿੰਡ ਦੇ ਕਿਸਾਨ ਖੇਤਾਂ ਵਿੱਚ ਸਿੰਜਾਈ ਦੇ ਲਈ ਇਸਤੇਮਾਲ ਕਰ ਰਹੇ ਨੇ। ਯਾਨੀ ਪ੍ਰਦੂਸ਼ਣ, ਗੰਦਗੀ ਅਤੇ ਬਿਮਾਰੀਆਂ ਤੋਂ ਛੁਟਕਾਰਾ ਵੀ ਅਤੇ ਖੇਤਾਂ ਵਿੱਚ ਸਿੰਚਾਈ ਵੀ। ਸਾਥੀਓ, ਵਾਤਾਵਰਣ ਦੀ ਸੁਰੱਖਿਆ ਨਾਲ ਕਿਵੇਂ ਆਮਦਨੀ ਦੇ ਰਸਤੇ ਵੀ ਖੁੱਲ੍ਹਦੇ ਨੇ, ਇਸ ਦਾ ਇੱਕ ਉਦਾਹਰਣ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਵੀ ਵੇਖਣ ਨੂੰ ਮਿਲਿਆ। ਅਰੁਣਾਚਲ ਪ੍ਰਦੇਸ਼ ਦੇ ਇਸ ਪਹਾੜੀ ਇਲਾਕੇ ਵਿੱਚ ਸਦੀਆਂ ਤੋਂ ਮੌਨ ਸ਼ੁਗੂ ਨਾਂ ਦਾ ਇੱਕ ਪੇਪਰ ਬਣਾਇਆ ਜਾਂਦਾ ਹੈ। ਇਹ ਕਾਗਜ਼ ਇੱਥੋਂ ਦੇ ਸਥਾਨਕ ਸ਼ੁਗੂ ਸ਼ੇਂਗ ਨਾਂ ਦੇ ਇੱਕ ਪੌਦੇ ਦੇ ਸੱਕ ਨਾਲ ਬਣਾਉਂਦੇ ਨੇ। ਇਸ ਲਈ ਇਸ ਕਾਗਜ਼ ਨੂੰ ਬਣਾਉਣ ਦੇ ਲਈ ਦਰੱਖਤਾਂ ਨੂੰ ਕੱਟਣਾ ਵੀ ਨਹੀਂ ਪੈਂਦਾ। ਇਸ ਤੋਂ ਇਲਾਵਾ ਇਸ ਨੂੰ ਬਣਾਉਣ ਵਿੱਚ ਕਿਸੇ ਕੈਮੀਕਲ ਦਾ ਇਸਤੇਮਾਲ ਵੀ ਨਹੀਂ ਹੁੰਦਾ। ਯਾਨੀ ਇਹ ਕਾਗਜ਼ ਵਾਤਾਵਰਣ ਦੇ ਲਈ ਵੀ ਸੁਰੱਖਿਅਤ ਹੈ ਅਤੇ ਸਿਹਤ ਦੇ ਲਈ ਵੀ। ਇੱਕ ਉਹ ਵੀ ਸਮਾਂ ਸੀ ਜਦੋਂ ਇਸ ਕਾਗਜ਼ ਦਾ ਨਿਰਯਾਤ ਹੁੰਦਾ ਸੀ। ਲੇਕਿਨ ਜਦੋਂ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਕਾਗਜ਼ ਬਣਨ ਲੱਗਾ ਤਾਂ ਇਹ ਸਥਾਨਕ ਕਲਾ ਬੰਦ ਹੋਣ ਦੇ ਕਿਨਾਰੇ ਪਹੁੰਚ ਗਈ। ਹੁਣ ਇੱਕ ਸਥਾਨਕ ਸਮਾਜਿਕ ਕਾਰਜਕਰਤਾ ਗੋਂਬੂ ਨੇ ਇਸ ਕਲਾ ਨੂੰ ਪੁਨਰ ਜੀਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਇੱਥੋਂ ਦੇ ਆਦੀਵਾਸੀ ਭੈਣ-ਭਰਾਵਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਮੈਂ ਇੱਕ ਹੋਰ ਖਬਰ ਕੇਰਲ ਦੀ ਵੇਖੀ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਂਦੀ ਹੈ। ਕੇਰਲ ਦੇ ਕੋਟਾਯਮ ਵਿੱਚ ਇੱਕ ਦਿਵਿਆਂਗ ਬਜ਼ੁਰਗ ਨੇ, ਐਨ.ਐਸ. ਰਾਜੱਪਨ ਸਾਹਿਬ। ਰਾਜੱਪਨ ਜੀ ਪੈਰਾਲਾਈਸਿਸ ਦੇ ਕਾਰਨ ਚੱਲਣ ਵਿੱਚ ਅਸਮਰਥ ਨੇ, ਲੇਕਿਨ ਇਸ ਨਾਲ ਸਵੱਛਤਾ ਦੇ ਪ੍ਰਤੀ ਉਹਨਾਂ ਦੇ ਸਮਰਪਣ ਵਿੱਚ ਕੋਈ ਕਮੀ ਨਹੀਂ ਆਈ।
ਉਹ ਪਿਛਲੇ ਕਈ ਸਾਲਾਂ ਤੋਂ ਕਿਸ਼ਤੀ ਨਾਲ ਵੇਂਬਨਾਡ ਝੀਲ ਵਿੱਚ ਜਾਂਦੇ ਨੇ ਅਤੇ ਝੀਲ ਵਿੱਚ ਸੁੱਟੀਆਂ ਗਈਆਂ ਪਲਾਸਟਿਕ ਦੀਆਂ ਬੋਤਲਾਂ ਬਾਹਰ ਕੱਢ ਕੇ ਲੈ ਆਉਂਦੇ ਨੇ। ਸੋਚੋ, ਰਾਜੱਪਨ ਜੀ ਦੀ ਸੋਚ ਕਿੰਨੀ ਉੱਚੀ ਹੈ। ਅਸੀਂ ਵੀ ਰਾਜੱਪਨ ਜੀ ਤੋਂ ਪ੍ਰੇਰਣਾ ਲੈ ਕੇ ਸਵੱਛਤਾ ਦੇ ਲਈ ਜਿੱਥੇ ਸੰਭਵ ਹੋਵੇ ਸਾਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਕਿ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਬੈਂਗਲੁਰੂ ਦੇ ਲਈ ਇੱਕ ਨਾਨ ਸਟਾਪ ਫਲਾਈਟ ਦੀ ਕਮਾਨ ਭਾਰਤ ਦੀਆਂ 4 ਵੂਮਨ ਪਾਇਲਟਸ ਨੇ ਸੰਭਾਲੀ। 10,000 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਮਾ ਸਫ਼ਰ ਤੈਅ ਕਰਕੇ ਇਹ ਫਲਾਈਟ 250 ਤੋਂ ਜ਼ਿਆਦਾ ਯਾਤਰੀਆਂ ਨੂੰ ਭਾਰਤ ਲੈ ਕੇ ਆਈ। ਤੁਸੀਂ ਇਸ ਵਾਰ 26 ਜਨਵਰੀ ਦੀ ਪਰੇਡ ਵਿੱਚ ਵੀ ਗੌਰ ਕੀਤਾ ਹੋਵੇਗਾ, ਜਿੱਥੇ ਭਾਰਤੀ ਵਾਯੂ ਸੈਨਾ ਦੀਆਂ 2 ਵੂਮਨ ਆਫੀਸਰਜ਼ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਖੇਤਰ ਕੋਈ ਵੀ ਹੋਵੇ, ਦੇਸ਼ ਦੀਆਂ ਮਹਿਲਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਲੇਕਿਨ ਅਕਸਰ ਅਸੀਂ ਵੇਖਦੇ ਹਾਂ ਕਿ ਦੇਸ਼ ਦੇ ਪਿੰਡਾਂ ਵਿੱਚ ਹੋ ਰਹੇ ਇਸੇ ਤਰ੍ਹਾਂ ਦੇ ਬਦਲਾਅ ਦੀ ਓਨੀ ਚਰਚਾ ਨਹੀਂ ਹੋ ਪਾਉਂਦੀ। ਇਸ ਲਈ ਜਦੋਂ ਮੈਂ ਇੱਕ ਖਬਰ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਵੇਖੀ ਤਾਂ ਮੈਨੂੰ ਲੱਗਾ ਕਿ ਇਸ ਦਾ ਜ਼ਿਕਰ ਤਾਂ ਮੈਨੂੰ ਮਨ ਕੀ ਬਾਤ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਇਹ ਖਬਰ ਬਹੁਤ ਪ੍ਰੇਰਣਾ ਦੇਣ ਵਾਲੀ ਹੈ। ਜਬਲਪੁਰ ਦੇ ਚਿਚਗਾਮ ਵਿੱਚ ਕੁਝ ਆਦਿਵਾਸੀ ਔਰਤਾਂ ਇੱਕ ਰਾਈਸ ਮਿੱਲ ਵਿੱਚ ਦਿਹਾੜੀ 'ਤੇ ਕੰਮ ਕਰਦੀਆਂ ਸਨ। ਕੋਰੋਨਾ ਵੈਸ਼ਵਿਕ ਮਹਾਮਾਰੀ ਨੇ ਜਿਸ ਤਰ੍ਹਾਂ ਦੁਨੀਆ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ, ਉਸੇ ਤਰ੍ਹਾਂ ਇਹ ਔਰਤਾਂ ਵੀ ਪ੍ਰਭਾਵਿਤ ਹੋਈਆਂ। ਉਨ੍ਹਾਂ ਦੀ ਰਾਈਸ ਮਿੱਲ ਵਿੱਚ ਕੰਮ ਰੁਕ ਗਿਆ। ਸੁਭਾਵਿਕ ਹੈ, ਇਸ ਨਾਲ ਆਮਦਨੀ ਦੀ ਵੀ ਦਿੱਕਤ ਆਉਣ ਲੱਗੀ। ਲੇਕਿਨ ਉਹ ਨਿਰਾਸ਼ ਨਹੀਂ ਹੋਈਆਂ। ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਤੈਅ ਕੀਤਾ ਕਿ ਉਹ ਸਾਰੀਆਂ ਮਿਲ ਕੇ ਆਪਣੀ ਖੁਦ ਦੀ ਰਾਈਸ ਮਿੱਲ ਸ਼ੁਰੂ ਕਰਨਗੀਆਂ। ਜਿਸ ਮਿੱਲ ਵਿੱਚ ਇਹ ਕੰਮ ਕਰਦੀਆਂ ਸਨ, ਉਹ ਆਪਣੀ ਮਸ਼ੀਨ ਵੇਚਣਾ ਵੀ ਚਾਹੁੰਦੀ ਸੀ। ਇਨ੍ਹਾਂ ਵਿੱਚੋਂ ਮੀਨਾ ਰਾਹੰਗੰਡਾਲੇ ਜੀ ਨੇ ਸਾਰੀਆਂ ਔਰਤਾਂ ਨੂੰ ਜੋੜ ਕੇ ਸਵੈ ਸਹਾਇਤਾ ਸਮੂਹ ਬਣਾਇਆ ਅਤੇ ਸਭ ਨੇ ਆਪਣੀ ਬਚਾਈ ਹੋਈ ਪੂੰਜੀ ਨਾਲ ਪੈਸਾ ਇਕੱਠਾ ਕੀਤਾ। ਜਿੰਨਾ ਪੈਸਾ ਘੱਟ ਰਿਹਾ, ਉਸ ਦੇ ਲਈ ਆਜੀਵਿਕਾ ਮਿਸ਼ਨ ਦੇ ਤਹਿਤ ਬੈਂਕ ਤੋਂ ਕਰਜ਼ਾ ਲੈ ਲਿਆ ਅਤੇ ਹੁਣ ਵੇਖੋ, ਇਨ੍ਹਾਂ ਆਦਿਵਾਸੀ ਭੈਣਾਂ ਨੇ ਉਹੀ ਰਾਈਸ ਮਿੱਲ ਖਰੀਦ ਲਈ ਜਿਸ ਵਿੱਚ ਉਹ ਕਦੇ ਕੰਮ ਕਰਿਆ ਕਰਦੀਆਂ ਸਨ। ਅੱਜ ਉਹ ਆਪਣੀ ਖੁਦ ਦੀ ਰਾਈਸ ਮਿੱਲ ਚਲਾ ਰਹੀਆਂ ਨੇ। ਇਨ੍ਹਾਂ ਹੀ ਦਿਨਾਂ ਵਿੱਚ ਇਸ ਮਿੱਲ ਨੇ ਲਗਭਗ 3 ਲੱਖ ਰੁਪਏ ਦਾ ਮੁਨਾਫਾ ਵੀ ਕਮਾ ਲਿਆ ਹੈ। ਇਸ ਮੁਨਾਫੇ ਨਾਲ ਮੀਨਾ ਜੀ ਅਤੇ ਉਨ੍ਹਾਂ ਦੀਆਂ ਸਾਥਣਾਂ ਸਭ ਤੋਂ ਪਹਿਲਾਂ ਬੈਂਕ ਦਾ ਲੋਨ ਚੁਕਾਉਣ ਅਤੇ ਫਿਰ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਤਿਆਰੀ ਕਰ ਰਹੀਆਂ ਨੇ। ਕੋਰੋਨਾ ਨੇ ਜੋ ਪਰਿਸਥਿਤੀਆਂ ਬਣਾਈਆਂ, ਉਸ ਦੇ ਮੁਕਾਬਲੇ ਦੇ ਲਈ ਦੇਸ਼ ਦੇ ਕੋਨੇ-ਕੋਨੇ ਵਿੱਚ ਅਜਿਹੇ ਅਨੋਖੇ ਕੰਮ ਹੋਏ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਜੇਕਰ ਮੈਂ ਤੁਹਾਡੇ ਨਾਲ ਬੁੰਦੇਲਖੰਡ ਦੇ ਬਾਰੇ ਗੱਲ ਕਰਾਂ ਤਾਂ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਡੇ ਮਨ ਵਿੱਚ ਆਉਣਗੀਆਂ? ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਲੋਕ ਇਸ ਖੇਤਰ ਨੂੰ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਂ ਨਾਲ ਜੋੜਨਗੇ। ਉੱਥੇ ਹੀ ਕੁਝ ਲੋਕ ਸੁੰਦਰ ਅਤੇ ਸ਼ਾਂਤ ਓਰਛਾ ਦੇ ਬਾਰੇ ਸੋਚਣਗੇ। ਕੁਝ ਲੋਕਾਂ ਨੂੰ ਇਸ ਖੇਤਰ ਵਿੱਚ ਪੈਣ ਵਾਲੀ ਸਖਤ ਗਰਮੀ ਦੀ ਵੀ ਯਾਦ ਆ ਜਾਏਗੀ। ਲੇਕਿਨ ਇਨ੍ਹੀਂ ਦਿਨੀਂ ਉੱਥੇ ਕੁਝ ਵੱਖ ਹੋ ਰਿਹਾ ਹੈ ਜੋ ਕਾਫੀ ਉਤਸ਼ਾਹਿਤ ਕਰਨ ਵਾਲਾ ਹੈ ਅਤੇ ਜਿਸ ਦੇ ਬਾਰੇ ਸਾਨੂੰ ਜ਼ਰੂਰ ਜਾਣਨਾ ਚਾਹੀਦਾ ਹੈ। ਪਿਛਲੇ ਦਿਨੀਂ ਝਾਂਸੀ ਵਿੱਚ 1 ਮਹੀਨੇ ਤੱਕ ਚੱਲਣ ਵਾਲਾ ਸਟ੍ਰਾਬੇਰੀ ਫੈਸਟੀਵਲ ਸ਼ੁਰੂ ਹੋਇਆ। ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ ਕਿ ਸਟ੍ਰਾਬੇਰੀ ਅਤੇ ਬੁੰਦੇਲਖੰਡ, ਲੇਕਿਨ ਇਹੀ ਸੱਚਾਈ ਹੈ। ਹੁਣ ਬੁੰਦੇਲਖੰਡ ਵਿੱਚ ਸਟ੍ਰਾਬੇਰੀ ਦੀ ਖੇਤੀ ਨੂੰ ਲੈ ਕੇ ਉਤਸ਼ਾਹ ਵਧ ਰਿਹਾ ਹੈ ਅਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਝਾਂਸੀ ਦੀ ਇੱਕ ਬੇਟੀ ਗੁਰਲੀਨ ਚਾਵਲਾ ਨੇ। ਲਾਅ ਦੀ ਵਿਦਿਆਰਥਣ ਗੁਰਲੀਨ ਨੇ ਪਹਿਲਾਂ ਆਪਣੇ ਘਰ ਵਿੱਚ ਅਤੇ ਫਿਰ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਦਾ ਸਫਲ ਪ੍ਰਯੋਗ ਕਰਕੇ ਇਹ ਵਿਸ਼ਵਾਸ ਜਗਾਇਆ ਹੈ ਕਿ ਝਾਂਸੀ ਵਿੱਚ ਵੀ ਇਹ ਹੋ ਸਕਦਾ ਹੈ। ਝਾਂਸੀ ਦਾ ਸਟ੍ਰਾਬੇਰੀ ਫੈਸਟੀਵਲ ਸਟੇ ਐਟ ਹੋਮ ਕਨਸੈਪਟ 'ਤੇ ਜ਼ੋਰ ਦਿੰਦਾ ਹੈ। ਇਸ ਮਹਾਂ ਉਤਸਵ ਦੇ ਮਾਧਿਅਮ ਨਾਲ ਕਿਸਾਨਾਂ ਅਤੇ ਨੌਜਵਾਨਾਂ ਨੂੰ ਆਪਣੇ ਘਰ ਦੇ ਪਿੱਛੇ ਖਾਲੀ ਜਗ੍ਹਾ 'ਤੇ ਜਾਂ ਛੱਤ 'ਤੇ ਟੈਰੇਸ ਗਾਰਡਨ ਵਿੱਚ ਬਾਗਬਾਨੀ ਕਰਨ ਅਤੇ ਸਟ੍ਰਾਬੇਰੀਜ਼ ਉਗਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨਵੀਂ ਟੈਕਨੋਲੋਜੀ ਦੀ ਮਦਦ ਨਾਲ ਅਜਿਹੀ ਹੀ ਕੋਸ਼ਿਸ਼ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਹੋ ਰਹੀ ਹੈ। ਜੋ ਸਟ੍ਰਾਬੇਰੀ ਕਦੇ ਪਹਾੜਾਂ ਦੀ ਪਹਿਚਾਣ ਸੀ, ਉਹ ਹੁਣ ਕੱਛ ਦੀ ਰੇਤਲੀ ਜ਼ਮੀਨ 'ਤੇ ਵੀ ਹੋਣ ਲੱਗੀ ਹੈ। ਕਿਸਾਨਾਂ ਦੀ ਆਮਦਨ ਵਧ ਰਹੀ ਹੈ। ਸਾਥੀਓ, ਸਟ੍ਰਾਬੇਰੀ ਫੈਸਟੀਵਲ ਵਰਗੇ ਪ੍ਰਯੋਗ ਇਨੋਵੇਸ਼ਨ ਦੀ ਸਪਿਰਿਟ ਨੂੰ ਤਾਂ ਦਰਸਾਉਂਦੇ ਹੀ ਨੇ, ਨਾਲ ਹੀ ਇਹ ਵੀ ਵਿਖਾਉਂਦੇ ਨੇ
ਕਿ ਸਾਡੇ ਦੇਸ਼ ਦਾ ਖੇਤੀ ਖੇਤਰ ਕਿਵੇਂ ਨਵੀਂ ਟੈਕਨੋਲੋਜੀ ਨੂੰ ਅਪਣਾ ਰਿਹਾ ਹੈ। ਸਾਥੀਓ, ਖੇਤੀ ਨੂੰ ਆਧੁਨਿਕ ਬਣਾਉਣ ਦੇ ਲਈ ਸਰਕਾਰ ਵਚਨਬੱਧ ਹੈ ਅਤੇ ਅਨੇਕਾਂ ਕਦਮ ਉਠਾ ਵੀ ਰਹੀ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਵੇਖੀ। ਉਹ ਵੀਡੀਓ ਪੱਛਮੀ ਬੰਗਾਲ ਦੇ ਵੈਸਟ ਮਿਦਨਾਪੁਰ ਸਥਿਤ ਨਯਾ ਪਿੰਗਲਾ ਪਿੰਡ ਦੇ ਇੱਕ ਚਿੱਤਰਕਾਰ ਸਰਮੂਦੀਨ ਦਾ ਸੀ। ਉਹ ਖੁਸ਼ੀ ਦਰਸਾ ਰਹੇ ਸਨ ਕਿ ਰਾਮਾਇਣ 'ਤੇ ਬਣਾਈ ਗਈ ਉਨ੍ਹਾਂ ਦੀ ਪੇਂਟਿੰਗ 2 ਲੱਖ ਰੁਪਏ ਵਿੱਚ ਵਿਕੀ ਹੈ। ਇਸ ਨਾਲ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਵੀ ਕਾਫੀ ਖੁਸ਼ੀ ਮਿਲੀ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਮੈਨੂੰ ਇਸ ਦੇ ਬਾਰੇ ਹੋਰ ਜ਼ਿਆਦਾ ਜਾਣਨ ਦੀ ਉਤਸੁਕਤਾ ਹੋਈ। ਇਸੇ ਸਿਲਸਿਲੇ ਵਿੱਚ ਮੈਨੂੰ ਪੱਛਮੀ ਬੰਗਾਲ ਨਾਲ ਜੁੜੀ ਇੱਕ ਬਹੁਤ ਚੰਗੀ ਪਹਿਲ ਦੇ ਬਾਰੇ ਜਾਣਕਾਰੀ ਮਿਲੀ, ਜਿਸ ਨੂੰ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ। ਸੈਰ-ਸਪਾਟਾ ਮੰਤਰਾਲੇ ਦੇ ਰੀਜਨਲ ਆਫਿਸ ਨੇ ਮਹੀਨੇ ਦੇ ਸ਼ੁਰੂ ਵਿੱਚ ਹੀ ਬੰਗਾਲ ਦੇ ਪਿੰਡਾਂ ਵਿੱਚ ਇੱਕ ਇਨਕ੍ਰੈਡੀਬਲ ਇੰਡੀਆ ਵੀਕਐਂਡ ਗੈਟਅਵੇ ਦੀ ਸ਼ੁਰੂਆਤ ਕੀਤੀ। ਇਸ ਵਿੱਚ ਪੱਛਮੀ ਮਿਦਨਾਪੁਰ, ਬਾਂਕੁਰਾ, ਬੀਰਭੂਮ, ਪੁਰਲੀਆ, ਪੂਰਵ ਵਰਧਮਾਨ, ਉੱਥੋਂ ਦੇ ਹਸਤਕਲਾ ਕਲਾਕਾਰਾਂ ਨੇ ਵਿਜ਼ਟਰਜ਼ ਦੇ ਲਈ ਹੈਂਡੀਕ੍ਰਾਫਟ ਵਰਕਸ਼ਾਪ ਆਯੋਜਿਤ ਕੀਤੀ। ਮੈਨੂੰ ਇਹ ਵੀ ਦੱਸਿਆ ਗਿਆ ਕਿ ਇਨਕ੍ਰੈਡੀਬਲ ਇੰਡੀਆ ਵੀਕਐਂਡ ਗੈਟਅਵੇ ਦੇ ਦੌਰਾਨ ਹੈਂਡੀਕ੍ਰਾਫਟਸ ਦੀ ਜੋ ਕੁੱਲ ਵਿਕਰੀ ਹੋਈ, ਉਹ ਹਸਤ ਸ਼ਿਲਪਕਾਰਾਂ ਨੂੰ ਬੇਹੱਦ ਉਤਸ਼ਾਹਿਤ ਕਰਨ ਵਾਲੀ ਹੈ। ਦੇਸ਼ ਭਰ ਵਿੱਚ ਲੋਕ ਵੀ ਨਵੇਂ-ਨਵੇਂ ਤਰੀਕਿਆਂ ਨਾਲ ਸਾਡੀ ਕਲਾ ਨੂੰ ਹਰਮਨ ਪਿਆਰਾ ਬਣਾ ਰਹੇ ਨੇ। ਉੜੀਸਾ ਦੇ ਰਾਉਰਕੇਲਾ ਦੀ ਭਾਗਯਸ਼੍ਰੀ ਸਾਹੂ ਨੂੰ ਵੇਖ ਲਓ। ਵੈਸੇ ਤਾਂ ਉਹ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ, ਲੇਕਿਨ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਨੇ ਪਟਚਿੱਤਰ ਕਲਾ ਨੂੰ ਸਿੱਖਣਾ ਸ਼ੁਰੂ ਕੀਤਾ ਅਤੇ ਉਸ ਵਿੱਚ ਕੁਸ਼ਲਤਾ ਹਾਸਲ ਕਰ ਲਈ ਹੈ। ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਪੇਂਟ ਕਿੱਥੇ ਕੀਤਾ? ਸੌਫਟ ਸਟੋਨਸ 'ਤੇ। ਕਾਲਜ ਜਾਣ ਦੇ ਰਸਤੇ ਵਿੱਚ ਭਾਗਯਸ਼੍ਰੀ ਨੂੰ ਇਹ ਸੌਫਟ ਸਟੋਨਸ ਮਿਲੇ। ਉਨ੍ਹਾਂ ਨੇ ਇਹਨਾਂ ਨੂੰ ਇਕੱਠਾ ਕਰਕੇ ਸਾਫ਼ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਰੋਜ਼ਾਨਾ 2 ਘੰਟੇ ਇਹਨਾਂ ਪੱਥਰਾਂ 'ਤੇ ਪਟਚਿੱਤਰ ਸਟਾਈਲ ਵਿੱਚ ਪੇਂਟਿੰਗ ਕੀਤੀ। ਉਹ ਇਹਨਾਂ ਪੱਥਰਾਂ ਨੂੰ ਪੇਂਟ ਕਰਕੇ ਆਪਣੇ ਦੋਸਤਾਂ ਨੂੰ ਗਿਫਟ ਕਰਨ ਲੱਗੀ। ਲਾਕਡਾਊਨ ਦੇ ਦੌਰਾਨ ਉਨ੍ਹਾਂ ਨੇ ਬੋਤਲਾਂ 'ਤੇ ਵੀ ਪੇਂਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤਾਂ ਉਹ ਇਸ ਆਰਟ 'ਤੇ ਵਰਕਸ਼ਾਪਸ ਵੀ ਆਯੋਜਿਤ ਕਰਦੀ ਹੈ। ਕੁਝ ਦਿਨ ਪਹਿਲਾਂ ਹੀ ਸੁਭਾਸ਼ ਬਾਬੂ ਦੀ ਜਯੰਤੀ 'ਤੇ ਭਾਗਯਸ਼੍ਰੀ ਨੇ ਪੱਥਰ 'ਤੇ ਹੀ ਉਨ੍ਹਾਂ ਨੂੰ ਅਨੋਖੀ ਸ਼ਰਧਾਂਜਲੀ ਦਿੱਤੀ। ਮੈਂ ਭਵਿੱਖ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ। ਆਰਟਸ ਐਂਡ ਕਲਰਜ਼ ਦੇ ਜ਼ਰੀਏ ਬਹੁਤ ਕੁਝ ਨਵਾਂ ਸਿੱਖਿਆ ਜਾ ਸਕਦਾ ਹੈ, ਕੀਤਾ ਜਾ ਸਕਦਾ ਹੈ। ਝਾਰਖੰਡ ਦੇ ਦੁਮਕਾ ਵਿੱਚ ਕੀਤੀ ਗਈ ਅਜਿਹੀ ਹੀ ਨਿਰਾਲੀ ਕੋਸ਼ਿਸ਼ ਦੇ ਬਾਰੇ ਮੈਨੂੰ ਦੱਸਿਆ ਗਿਆ। ਇੱਥੇ ਮਿਡਲ ਸਕੂਲ ਦੇ ਇੱਕ ਪ੍ਰਿੰਸੀਪਲ ਨੇ ਬੱਚਿਆਂ ਨੂੰ ਪੜ੍ਹਾਉਣ ਅਤੇ ਸਿਖਾਉਣ ਦੇ ਲਈ ਪਿੰਡ ਦੀਆਂ ਕੰਧਾਂ ਨੂੰ ਹੀ ਅੰਗਰੇਜ਼ੀ ਅਤੇ ਹਿੰਦੀ ਦੇ ਅੱਖਰਾਂ ਨਾਲ ਪੇਂਟ ਕਰਵਾ ਦਿੱਤਾ। ਨਾਲ ਹੀ ਉਸ ਵਿੱਚ ਵੱਖ-ਵੱਖ ਚਿੱਤਰ ਵੀ ਬਣਵਾਏ ਗਏ ਨੇ। ਇਸ ਨਾਲ ਪਿੰਡ ਦੇ ਬੱਚਿਆਂ ਨੂੰ ਕਾਫੀ ਮਦਦ ਮਿਲ ਰਹੀ ਹੈ। ਮੈਂ ਅਜਿਹੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਜੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ, ਕਈ ਮਹਾਸਾਗਰਾਂ, ਮਹਾਦੀਪਾਂ ਦੇ ਪਾਰ ਇੱਕ ਦੇਸ਼ ਹੈ ਜਿਸ ਦਾ ਨਾਮ ਹੈ ਚਿਲੀ। ਭਾਰਤ ਤੋਂ ਚਿਲੀ ਪਹੁੰਚਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ, ਲੇਕਿਨ ਭਾਰਤੀ ਸੰਸਕ੍ਰਿਤੀ ਦੀ ਖੁਸ਼ਬੂ ਉੱਥੇ ਬਹੁਤ ਸਮਾਂ ਪਹਿਲਾਂ ਤੋਂ ਫੈਲੀ ਹੋਈ ਹੈ। ਇੱਕ ਹੋਰ ਖਾਸ ਗੱਲ ਇਹ ਹੈ ਕਿ ਉੱਥੇ ਯੋਗ ਬਹੁਤ ਹਰਮਨ ਪਿਆਰਾ ਹੈ। ਤੁਹਾਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ ਚਿਲੀ ਦੀ ਰਾਜਧਾਨੀ ਸੈਂਟੀਆਗੋ ਵਿੱਚ 30 ਤੋਂ ਜ਼ਿਆਦਾ ਯੋਗ ਵਿਦਿਆਲਾ ਨੇ। ਚਿਲੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਾਊਸ ਆਫ ਡਿਪਟੀਜ਼ ਵਿੱਚ ਯੋਗ ਦਿਵਸ ਨੂੰ ਲੈ ਕੇ ਬਹੁਤ ਗਰਮਜੋਸ਼ੀ ਭਰਿਆ ਮਾਹੌਲ ਹੁੰਦਾ ਹੈ। ਕੋਰੋਨਾ ਦੇ ਸਮੇਂ ਵਿੱਚ ਇਮਿਊਨਿਟੀ 'ਤੇ ਜ਼ੋਰ ਅਤੇ ਇਮਿਊਨਿਟੀ ਵਧਾਉਣ ਵਿੱਚ ਯੋਗ ਦੀ ਤਾਕਤ ਨੂੰ ਵੇਖਦੇ ਹੋਏ ਹੁਣ ਉਹ ਲੋਕ ਯੋਗ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਮਹੱਤਵ ਦੇ ਰਹੇ ਨੇ। ਚਿਲੀ ਦੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਨੇ ਇੱਕ ਪ੍ਰਸਤਾਵ ਪਾਸ ਕੀਤਾ। ਉੱਥੇ 4 ਨਵੰਬਰ ਨੂੰ ਨੈਸ਼ਨਲ ਯੋਗ ਡੇ ਘੋਸ਼ਿਤ ਕੀਤਾ ਗਿਆ। ਹੁਣ ਤੁਸੀਂ ਇਹ ਸੋਚ ਸਕਦੇ ਹੋ ਕਿ 4 ਨਵੰਬਰ ਵਿੱਚ ਅਜਿਹਾ ਕੀ ਹੈ। 4 ਨਵੰਬਰ 1962 ਨੂੰ ਹੀ ਚਿਲੀ ਦਾ ਪਹਿਲਾ ਯੋਗ ਸੰਸਥਾਨ ਹੋਜ਼ੇ ਰਾਫਾਲ ਇਸਟਰਾਡਾ ਵੱਲੋਂ ਸਥਾਪਿਤ ਕੀਤਾ ਗਿਆ ਸੀ। ਇਸ ਦਿਨ ਨੂੰ ਨੈਸ਼ਨਲ ਯੋਗ ਡੇ ਘੋਸ਼ਿਤ ਕਰਕੇ ਇਸਟਰਾਡਾ ਜੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਚਿਲੀ ਦੀ ਪਾਰਲੀਮੈਂਟ ਵੱਲੋਂ ਇਹ ਇੱਕ ਵਿਸ਼ੇਸ਼ ਸਨਮਾਨ ਹੈ ਜਿਸ 'ਤੇ ਹਰ ਭਾਰਤੀ ਨੂੰ ਫਖਰ ਹੈ। ਵੈਸੇ
ਚਿਲੀ ਦੀ ਸੰਸਦ ਨਾਲ ਜੁੜੀ ਇੱਕ ਹੋਰ ਗੱਲ ਤੁਹਾਨੂੰ ਦਿਲਚਸਪ ਲੱਗੇਗੀ। ਚਿਲੀ ਸੈਨੇਟ ਦੇ ਵਾਈਸ ਪ੍ਰੈਜ਼ੀਡੈਂਟ ਦਾ ਨਾਮ ਰਵਿੰਦਰਨਾਥ ਕਵਿੰਟੇਰਾਸ ਹੈ। ਉਨ੍ਹਾਂ ਦਾ ਇਹ ਨਾਮ ਵਿਸ਼ਵ ਕਵੀ ਗੁਰੂਦੇਵ ਟੈਗੋਰ ਤੋਂ ਪ੍ਰੇਰਿਤ ਹੋ ਕੇ ਰੱਖਿਆ ਗਿਆ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਮਾਈਗੋਵ ਤੇ ਮਹਾਰਾਸ਼ਟਰ ਦੇ ਜਾਲਨਾ ਦੇ ਡਾਕਟਰ ਸਵਪਨਿਲ ਮੰਤਰੀ ਅਤੇ ਕੇਰਲ ਦੇ ਪਲੱਕੜ ਦੇ ਪ੍ਰਹਿਲਾਦ ਰਾਜਗੋਪਾਲਨ ਨੇ ਅਨੁਰੋਧ ਕੀਤਾ ਹੈ ਕਿ ਮੈਂ ਮਨ ਕੀ ਬਾਤ ਵਿੱਚ ਸੜਕ ਸੁਰੱਖਿਆ 'ਤੇ ਵੀ ਤੁਹਾਡੇ ਨਾਲ ਗੱਲ ਕਰਾਂ। ਇਸ ਮਹੀਨੇ 18 ਜਨਵਰੀ ਤੋਂ 17 ਫਰਵਰੀ ਤੱਕ ਸਾਡਾ ਦੇਸ਼ ਸੜਕ ਸੁਰੱਖਿਆ ਮਹੀਨਾ ਯਾਨੀ ਰੋਡ ਸੇਫਟੀ ਮੰਥ ਵੀ ਮਨਾ ਰਿਹਾ ਹੈ। ਸੜਕ ਹਾਦਸੇ ਅੱਜ ਸਾਡੇ ਦੇਸ਼ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਵਿੱਚ ਚਿੰਤਾ ਦਾ ਵਿਸ਼ਾ ਨੇ। ਅੱਜ ਭਾਰਤ ਵਿੱਚ ਰੋਡ ਸੇਫਟੀ ਦੇ ਲਈ ਸਰਕਾਰ ਦੇ ਨਾਲ ਹੀ ਵਿਅਕਤੀਗਤ ਅਤੇ ਸਮੂਹਿਕ ਪੱਧਰ 'ਤੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੀਵਨ ਬਚਾਉਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿੱਚ ਸਾਨੂੰ ਸਾਰਿਆਂ ਨੂੰ ਸਰਗਰਮ ਰੂਪ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ। ਸਾਥੀਓ, ਤੁਸੀਂ ਧਿਆਨ ਦਿੱਤਾ ਹੋਵੇਗਾ, ਬਾਰਡਰ ਰੋਡ ਆਰਗੇਨਾਈਜ਼ੇਸ਼ਨ ਜੋ ਸੜਕਾਂ ਬਣਾਉਂਦੀ ਹੈ, ਉਸ ਤੋਂ ਗੁਜ਼ਰਦੇ ਹੋਏ ਤੁਹਾਨੂੰ ਬੜੇ ਹੀ ਇਨੋਵੇਟਿਵ ਸਲੋਗਨਜ਼ ਵੇਖਣ ਨੂੰ ਮਿਲਦੇ ਨੇ। ਦਿਸ ਇਜ਼ ਹਾਈਵੇ ਨਾਟ ਰਨਵੇ, ਜਾਂ ਫਿਰ ਬੀ ਮਿਸਟਰ ਲੇਟ ਦੈਨ ਲੇਟ ਮਿਸਟਰ। ਇਹ ਸਲੋਗਨਜ਼ ਸੜਕ 'ਤੇ ਸਾਵਧਾਨੀ ਵਰਤਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਕਾਫੀ ਪ੍ਰਭਾਵੀ ਹੁੰਦੇ ਨੇ। ਹੁਣ ਤੁਸੀਂ ਵੀ ਅਜਿਹੇ ਹੀ ਇਨੋਵੇਟਿਵ ਸਲੋਗਨਜ਼ ਜਾਂ ਕੈਚ ਫਰੇਜ਼ਜ਼ ਮਾਈਗੋਵ 'ਤੇ ਭੇਜ ਸਕਦੇ ਹੋ। ਤੁਹਾਡੇ ਚੰਗੇ ਸਲੋਗਨਜ਼ ਵੀ ਇਸ ਮੁਹਿੰਮ ਵਿੱਚ ਉਪਯੋਗ ਕੀਤੇ ਜਾਣਗੇ। ਸਾਥੀਓ, ਰੋਡ ਸੇਫਟੀ ਦੇ ਬਾਰੇ ਗੱਲ ਕਰਦੇ ਹੋਏ ਮੈਂ ਨਮੋ ਐਪ 'ਤੇ ਕੋਲਕਾਤਾ ਦੀ ਅਪਰਨਾ ਦਾਸ ਜੀ ਦੀ ਇੱਕ ਪੋਸਟ ਦੀ ਚਰਚਾ ਕਰਨਾ ਚਾਹਾਂਗਾ। ਅਪਰਨਾ ਜੀ ਨੇ ਮੈਨੂੰ ਫਾਸਟੈਗ ਪ੍ਰੋਗਰਾਮ 'ਤੇ ਗੱਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਾਸਟੈਗ ਨਾਲ ਯਾਤਰਾ ਦਾ ਅਨੁਭਵ ਹੀ ਬਦਲ ਗਿਆ ਹੈ। ਇਸ ਨਾਲ ਸਮੇਂ ਦੀ ਬਚਤ ਤਾਂ ਹੁੰਦੀ ਹੀ ਹੈ, ਟੋਲ ਪਲਾਜ਼ਾ 'ਤੇ ਰੁਕਣ, ਕੈਸ਼ ਪੇਮੈਂਟ ਦੀ ਚਿੰਤਾ ਕਰਨ ਵਰਗੀਆਂ ਦਿੱਕਤਾਂ ਵੀ ਖਤਮ ਹੋ ਗਈਆਂ ਨੇ। ਅਪਰਨਾ ਜੀ ਦੀ ਗੱਲ ਸਹੀ ਵੀ ਹੈ। ਪਹਿਲਾਂ ਸਾਡੇ ਇੱਥੇ ਟੋਲ ਪਲਾਜ਼ਾ 'ਤੇ ਇੱਕ ਗੱਡੀ ਨੂੰ ਔਸਤਨ 7 ਤੋਂ 8 ਮਿੰਟ ਲੱਗ ਜਾਂਦੇ ਸਨ, ਲੇਕਿਨ ਫਾਸਟੈਗ ਆਉਣ ਤੋਂ ਬਾਅਦ ਇਹ ਸਮਾਂ ਔਸਤਨ ਸਿਰਫ 1.5-2 ਮਿੰਟ ਰਹਿ ਗਿਆ ਹੈ। ਟੋਲ ਪਲਾਜ਼ਾ 'ਤੇ ਵੇਟਿੰਗ ਟਾਈਮ ਵਿੱਚ ਕਮੀ ਆਉਣ ਦੇ ਨਾਲ ਗੱਡੀ ਦੇ ਈਂਧਨ ਦੀ ਵੀ ਬਚਤ ਹੋ ਰਹੀ ਹੈ। ਇਸ ਨਾਲ ਦੇਸ਼ ਵਾਸੀਆਂ ਦੇ ਲਗਭਗ 21,000 ਕਰੋੜ ਰੁਪਏ ਬਚਣ ਦਾ ਅਨੁਮਾਨ ਹੈ, ਯਾਨੀ ਪੈਸੇ ਦੀ ਵੀ ਬਚਤ ਅਤੇ ਸਮੇਂ ਦੀ ਵੀ ਬਚਤ। ਮੇਰਾ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਹੈ ਕਿ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਆਪਣਾ ਵੀ ਧਿਆਨ ਰੱਖੋ ਅਤੇ ਦੂਸਰਿਆਂ ਦਾ ਵੀ ਜੀਵਨ ਬਚਾਓ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਕਿਹਾ ਜਾਂਦਾ ਹੈ, ਜਲ ਬਿੰਦੂ ਨਿਪਾਤੇਨ ਕ੍ਰਮਸ਼ಃ ਪੂਰਯਤੇ ਘਟਾ, ਅਰਥਾਤ ਇੱਕ ਇੱਕ ਬੂੰਦ ਨਾਲ ਹੀ ਘੜਾ ਭਰਦਾ ਹੈ। ਸਾਡੀ ਇੱਕ ਇੱਕ ਕੋਸ਼ਿਸ਼ ਨਾਲ ਹੀ ਸਾਡੇ ਸੰਕਲਪ ਸਿੱਧ ਹੁੰਦੇ ਨੇ। ਇਸ ਲਈ 2021 ਦੀ ਸ਼ੁਰੂਆਤ ਜਿਨ੍ਹਾਂ ਟੀਚਿਆਂ ਦੇ ਨਾਲ ਅਸੀਂ ਕੀਤੀ ਹੈ, ਉਨ੍ਹਾਂ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਹੀ ਪੂਰਾ ਕਰਨਾ ਹੈ। ਤਾਂ ਆਓ ਅਸੀਂ ਸਾਰੇ ਮਿਲ ਕੇ ਇਸ ਸਾਲ ਨੂੰ ਸਾਰਥਕ ਕਰਨ ਦੇ ਲਈ ਆਪਣੇ ਆਪਣੇ ਕਦਮ ਵਧਾਈਏ। ਤੁਸੀਂ ਆਪਣਾ ਸੰਦੇਸ਼, ਆਪਣੇ ਆਈਡੀਆਜ਼ ਜ਼ਰੂਰ ਭੇਜਦੇ ਰਹੋ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ। ਅੱਛਾ, ਹੁਣ ਅਲਵਿਦਾ, ਫਿਰ ਮਿਲਾਂਗੇ।